ਧੰਨ ਵਾਹਿਗੁਰੂ ਸਾਹਿਬ ਜੀਓ। ਅਸੁਣ ਪ੍ਰੇਮ ਉਮਾਹੜਾ, ਕਿਉ ਮਿਲਿਏ ਹਰ ਜਾਏ। ਮਨ ਤਨ ਪਿਆਸ ਦਰਸ਼ਨ ਕਣੀ, ਕੋਈ ਆਣ ਮਿਲਾਵੇ ਮਾਏ। ਸੰਤ ਸਹਾਈ ਪ੍ਰੇਮ ਕੇ, ਹਉ ਤਿਨ ਕੈ ਲਾਗਾਂ ਪਾਏ। ਵਿਣ ਪ੍ਰਭ ਕਿਉ ਸੁਖ ਪਾਈਐ, ਦੂਜੀ ਨਾਹੀ ਜਾਏ। ਜਿਨੀ ਚਾਖਿਆ ਪ੍ਰੇਮ ਰਸ, ਸੇ ਤ੍ਰਿਪਤ ਰਹੇ ਆਘਾਏ। ਆਪ ਤਿਆਗ ਬਿਨਤੀ ਕਰੈ, ਲਿਹੋ ਪ੍ਰਭੂ ਲੜ ਲਾਈ। ਜੋ ਹਰ ਕੰਤ ਮਿਲਾਈਆਂ, ਸੇ ਵਿਛੜ ਕਤੇ ਨਾ ਜਾਏ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰਿ ਸ਼ਰਨਾਈ। ਅਸੂ ਸੁਖੀ ਵਸੰਦੀਆਂ, ਜਿਨਾ ਮਇਆ ਹਰ ਰਾਏ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰਿ ਸ਼ਰਨਾਏ। ਅਸੂ ਸੁਖੀ ਵਸੰਦੀਆਂ, ਜਿਨਾ ਮਇਆ ਹਰ ਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਮੁਬਾਰਕ ਬਚਨ ਜੋ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇਸ ਨਵੇਂ ਮਹੀਨੇ ਦੀ ਸ਼ੁਰੂਆਤ ਵਿੱਚ ਬਖਸ਼ਿਸ਼ ਕੀਤਾ ਹੈ, 12 ਮਾਹਾਂ ਜੀ ਦੇ ਰੂਪ ਦੇ ਵਿੱਚ। ਸਤਿਗੁਰੂ ਮਹਾਰਾਜ ਇਸ ਪਾਵਨ ਬਚਨ ਦੇ ਵਿੱਚ ਆਖਦੇ ਨੇ, ਅਸੁਣ ਪ੍ਰੇਮ ਉਮਾਹੜਾ, ਕਿਉ ਮਿਲਿਏ ਹਰ ਜਾਏ। ਉਮਾਹੜਾ ਦਾ ਮਤਲਬ ਹੁੰਦਾ ਉਛਾਲਾ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਅੱਸੂ ਦੀ ਠੰਡੀ ਮਿੱਠੀ ਰੁੱਤ, ਕਿਉਂਕਿ ਜੇਠ ਭਾਦੋਂ ਦੇ ਬਾਅਦ ਇਹ ਰੁੱਤ ਜਿਹੜੀ ਹੈ, ਜਿਹਦੇ ਵਿੱਚ ਨਾ ਬਹੁਤੀ ਸਰਦੀ ਤੇ ਨਾ ਬਹੁਤੀ ਗਰਮੀ, ਠੰਡੀ ਮਿੱਠੀ ਰੁੱਤ ਦੇ ਵਿੱਚ ਬਾਹਰਲੇ ਵਾਤਾਵਰਨ ਨੂੰ ਵੇਖ ਕੇ ਮਨ ਵਿੱਚ ਇੱਕ ਉਛਾਲ ਪੈਦਾ ਹੋਇਆ ਪ੍ਰੇਮ ਦਾ। ਕਿਉ ਮਿਲੀਏ ਹਰ ਜਾਏ, ਕਿਸ ਤਰ੍ਹਾਂ ਉਸ ਮਾਲਕ ਪਰਮੇਸ਼ਰ ਨੂੰ ਜਿਹੜਾ ਹੈ ਉਹ ਮਿਲਿਆ ਜਾਵੇ। ਤੇ ਸਤਿਗੁਰੂ ਮਹਾਰਾਜ ਪਾਵਨ ਬਾਣੀ ਦੇ ਵਿੱਚ ਸਾਨੂੰ ਸਮਝਾਉਣਾ ਕਰਦੇ ਨੇ ਵੀ ਕਿਸੇ ਵੀ ਵਸਤੂ ਨੂੰ ਪ੍ਰਾਪਤ ਕਰਨ ਵਾਸਤੇ, ਕਿਸੇ ਦੇ ਨਾਲ ਵੀ ਮਿਲਣ ਦੇ ਵਾਸਤੇ ਸਾਨੂੰ ਉਦਮ ਕਰਨਾ ਪਏਗਾ। ਛੋਟੀ ਜਿਹੀ ਉਦਾਹਰਨ ਮੈਂ ਆਪ ਜੀ ਦੇ ਸਨਮੁਖ ਰੱਖਾਂ ਤਾਂ ਜੋ ਗੱਲ ਸਾਡੇ ਪਕੜ ਦੇ ਵਿੱਚ ਆ ਸਕੇ। ਵੀ ਇੱਕ ਬੱਚਾ ਆਪਣੇ ਪਿਤਾ ਦੇ ਨਾਲ ਮੇਲਾ ਵੇਖਣ ਵਾਸਤੇ ਗਿਆ। ਮੇਲਾ ਵੇਖਦਿਆਂ ਵੇਖਦਿਆਂ ਉਹ ਬੱਚਾ ਆਪਣੇ ਬਾਪ ਨੂੰ ਮਠਿਆਈ ਦੀ ਦੁਕਾਨ ਤੋਂ ਮਠਿਆਈ ਲੈ ਕੇ ਖਾਣ ਨੂੰ ਆਖਦਾ ਹੈ। ਖਿਡੌਣਿਆਂ ਦੀਆਂ ਦੁਕਾਨਾਂ ਦੇ ਉੱਤੇ ਜਾ ਕੇ ਉਹ ਖਿਡੌਣੇ ਲੈਣ ਵਾਸਤੇ ਆਖਦਾ ਹੈ। ਬਾਪ ਉਹਨੂੰ ਇੱਕ ਗੱਲ ਕਹਿੰਦਾ ਵੀ ਕੋਈ ਗੱਲ ਨਹੀਂ, ਪਹਿਲਾਂ ਮੇਲਾ ਵੇਖ ਲੈ, ਜਾਣ ਲੱਗੇ ਆਪਾਂ ਲੈ ਲਵਾਂਗੇ। ਰੱਬ ਦਾ ਸਬਬ ਇਹੋ ਜਿਹਾ ਬਣਿਆ ਕਿ ਭੀੜ ਦਾ ਇੱਕ ਇਹੋ ਜਿਹਾ ਧੱਕਾ ਵੱਜਾ, ਜਿਸ ਧੱਕੇ ਦੇ ਵਿੱਚ ਉਸ ਪਿਤਾ ਦੀ ਜਿਹੜੀ ਉਂਗਲੀ ਪਕੜੀ ਹੋਈ ਸੀ ਉਸ ਛੋਟੇ ਜਿਹੇ ਪੁੱਤਰ ਨੇ, ਉਹ ਛੁੱਟ ਗਈ। ਹੁਣ ਭੀੜ ਦਾ ਧੱਕਾ ਇਤਨਾ ਜ਼ੋਰ ਦੇ ਵਿੱਚ ਸੀ ਕਿ ਬਾਪ ਇੱਕ ਪਾਸੇ ਚਲਾ ਗਿਆ, ਪੁੱਤਰ ਜਿਹੜਾ ਸੀ ਉਹ ਇੱਕ ਪਾਸੇ ਚਲਾ ਗਿਆ। ਹੁਣ ਆਪਸ ਦੇ ਵਿੱਚ ਵਿਛੋੜਾ ਪੈ ਗਿਆ ਤੇ ਉਹ ਬੱਚਾ ਜਿਹੜਾ ਸੀ ਉਹ ਜਾਰੋ ਜਾਰ ਰੋਣ ਲੱਗ ਪਿਆ। ਇੱਕੋ ਹੀ ਗੱਲ ਆਖਦਾ ਹੈ, ਮੈਨੂੰ ਮੇਰਾ ਪਿਤਾ ਚਾਹੀਦਾ ਹੈ, ਮੇਰੇ ਪਿਤਾ ਦੇ ਨਾਲ ਮੈਨੂੰ ਮਿਲਾਪ ਹਾਸਲ ਕਰਵਾ ਦੇਵੋ। ਤੇ ਕਿਸੇ ਭੱਦਰ ਪੁਰਸ਼ ਨੇ ਉਸ ਬੱਚੇ ਨੂੰ ਚੁੱਕਿਆ। ਬੱਚਾ ਰੋ ਰਿਹਾ ਸੀ ਤੇ ਉਸ ਨੂੰ ਚੁੱਪ ਕਰਾਉਣ ਵਾਸਤੇ ਉਹਨੂੰ ਖਿਡੌਣਿਆਂ ਦੀ ਦੁਕਾਨ ਦੇ ਉੱਤੇ ਲੈ ਕੇ ਗਿਆ। ਜਾ ਕੇ ਕਹਿਣ ਲੱਗਾ ਵੀ ਤੂੰ ਖਿਡੌਣੇ ਲੈ ਲਾ। ਪਰ ਬੱਚਾ ਕਹਿਣ ਲੱਗਾ, ਨਹੀਂ, ਮੈਨੂੰ ਖਿਡੌਣੇ ਨਹੀਂ ਚਾਹੀਦੇ, ਮੈਨੂੰ ਆਪਣਾ ਪਿਤਾ ਚਾਹੀਦਾ ਹੈ। ਮਠਿਆਈ ਦੀ ਦੁਕਾਨ ਤੇ ਲੈ ਕੇ ਗਿਆ, ਮਠਿਆਈ ਖਾਣ ਵਾਸਤੇ ਲੈ ਕੇ ਦਿੱਤੀ, ਪਰ ਉਹ ਬੱਚਾ ਕਹਿਣ ਲੱਗਾ, ਮੈਂ ਮਠਿਆਈ ਨਹੀਂ ਖਾਣੀ, ਮੈਨੂੰ ਪਿਤਾ ਚਾਹੀਦਾ ਹੈ। ਹੁਣ ਉਹ ਭੱਦਰ ਪੁਰਸ਼ ਜਿਹੜਾ ਸੀ, ਭਲਾ ਪੁਰਸ਼ ਜਿਹੜਾ ਸੀ, ਉਹਨੇ ਕੋਸ਼ਿਸ਼ ਕੀਤੀ ਵੀ ਇਹਦਾ ਪਿਤਾ ਲੱਭ ਜਾਏ ਤੇ ਉਹਨੇ ਜਾਰੀ ਕੀਤੀ ਕੋਸ਼ਿਸ਼
ਤੇ ਕੋਸ਼ਿਸ਼ ਕਰਨ ਤੋਂ ਬਾਅਦ ਉਹਦਾ ਪਿਤਾ ਜਿਹੜਾ ਸੀ ਉਹ ਲੱਭ ਗਿਆ। ਹੁਣ ਇੱਥੇ ਇੱਕ ਨੁਕਤਾ ਜ਼ਰੂਰ ਸਮਝਣਾ ਕਿ ਜੇਕਰ ਉਹ ਬੱਚਾ ਉਸ ਮਨੁੱਖ ਵੱਲੋਂ ਦਿੱਤੇ ਹੋਏ ਖਿਡੌਣੇ ਜਾਂ ਮਠਿਆਈਆਂ ਨੂੰ ਖਾ ਕੇ ਚੁੱਪ ਕਰ ਜਾਂਦਾ ਤੇ ਮਨ ਦੇ ਵਿੱਚ ਉਹ ਉਦਮ ਨਾ ਕਰਦਾ, ਤਾਂਘ ਨਾ ਪੈਦਾ ਕਰਦਾ ਵੀ ਮੈਂ ਆਪਣੇ ਬਾਪ ਨੂੰ ਮਿਲਣਾ ਹੈ, ਤੇ ਉਹਦਾ ਆਪਣੇ ਬਾਪ ਦੇ ਨਾਲ ਮਿਲਾਪ ਨਹੀਂ ਸੀ ਹੋਣਾ। ਹੁਣ ਉਹੀ ਖਿਡੌਣੇ ਸੀ, ਉਹੀ ਮਠਿਆਈਆਂ ਸੀ ਜਿਹੜਾ ਪਿਤਾ ਦੀ ਸੰਗ ਮਾਣ ਕੇ ਉਹ ਲੈਣਾ ਚਾਹੁੰਦਾ ਸੀ, ਪਰ ਪਿਤਾ ਦੇ ਵਿਛੋੜੇ ਤੋਂ ਬਾਅਦ ਉਹ ਉਹਦੇ ਵਿੱਚ ਖਚਤ ਨਹੀਂ ਹੋਇਆ, ਮਨ ਦੇ ਵਿੱਚ ਤਾਂਘ ਰੱਖੀ ਮੈਂ ਪਿਤਾ ਨੂੰ ਮਿਲਣਾ ਹੈ। ਬਸ ਸਤਿਗੁਰੂ ਮਹਾਰਾਜ ਕਹਿੰਦੇ ਅਧਿਆਤਮਕ ਤੌਰ ਤੇ ਵੀ ਇਹ ਮਨੁੱਖ, ਜੇ ਤੂੰ ਆਪਣੇ ਮਨ ਦੇ ਅੰਦਰ ਇਹ ਤਾਂਘ ਪੈਦਾ ਕਰ ਲਏਗਾ ਨਾ ਮੈਂ ਮਾਲਕ ਨੂੰ ਮਿਲਣਾ, ਤੇ ਸੱਚ ਜਾਣੀ ਫਿਰ ਦੁਨੀਆ ਦੇ ਪਦਾਰਥਾਂ ਦੇ ਵਿੱਚ ਤੂੰ ਖਚਤ ਨਹੀਂ ਹੋਏਗਾ, ਦੁਨੀਆ ਦੇ ਧਨ ਦੌਲਤ ਦੇ ਵਿੱਚ, ਰਿਸ਼ਤੇ ਨਾਤਿਆਂ ਦੇ ਵਿੱਚ ਖਚਤ ਨਹੀਂ ਹੋਵੇਗਾ, ਵਿਕਾਰਾਂ ਵਿੱਚ ਖਚਤ ਨਹੀਂ ਹੋਵੇਗਾ, ਤੂੰ ਮਾਲਕ ਨੂੰ ਮਿਲਣ ਵਾਸਤੇ ਯਤਨ ਕਰੇਗਾ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਯਤਨ ਕਰਨਾ ਚਾਹੀਦਾ ਹੈ ਉਸ ਮਾਲਕ ਨੂੰ ਮਿਲਣ ਦੇ ਵਾਸਤੇ। ਉਦਮ ਕਰੋ ਵੱਡ ਭਾਗਿਓ, ਸਿਮਰੋ ਹਰ ਹਰ ਰਾਏ, ਨਾਨਕ ਜਿਸ ਸਿਮਰਤ ਸਭ ਸੁਖ ਹੋਵੇ, ਦੁਖ ਦਰਦ ਭਰਮ ਪਉ ਜਾਏ। ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹਦੇ ਸਿਮਰਨ ਦੇ ਨਾਲ, ਉਹਨੂੰ ਯਾਦ ਰੱਖਣ ਦੇ ਨਾਲ ਦੁੱਖ ਦਰਦ ਤੇ ਭਰਮ ਉਹ ਦੂਰ ਹੋ ਜਾਂਦੇ ਨੇ, ਪਰ ਉਹਨੂੰ ਮਿਲਣ ਵਾਸਤੇ ਉਦਮ ਕਰਨਾ ਪੈਂਦਾ, ਉਹਦਾ ਨਾਮ ਜਪਣ ਵਾਸਤੇ, ਉਹਨੂੰ ਸਿਮਰਨ ਦੇ ਵਾਸਤੇ ਉਦਮ ਕਰਨਾ ਪੈਂਦਾ ਹੈ। ਤੇ ਜਦੋਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਤੂੰ ਉਦਮ ਕਰਨ ਲੱਗ ਪਏਗਾ, ਫਿਰ ਤੇਰੇ ਮਨ ਦੇ ਅੰਦਰ ਪਿਆਸ ਪੈਦਾ ਹੋਵੇਗੀ। ਮਨ ਤਨ ਪਿਆਸ ਦਰਸ਼ਨ ਕਰਨੀ, ਕੋਈ ਆਣ ਮਿਲਾਵੇ ਮਾਏ। ਮਨ ਤੇ ਤਨ ਦੇ ਵਿੱਚ ਦਰਸ਼ਨਾਂ ਦੀ ਪਿਆਸ, ਘਣੀ ਦਾ ਮਤਲਬ ਬਹੁਤ ਜ਼ਿਆਦਾ, ਬਹੁਤ ਪਿਆਸ ਪੈਦਾ ਹੋ ਜਾਵੇਗੀ। ਫਿਰ ਮਨ ਦੇ ਵਿੱਚੋਂ ਇਹ ਹੋਕ ਨਿਕਲੇਗੀ, ਕੋਈ ਆਣ ਮਿਲਾਵੇ ਮਾਏ, ਕੋਈ ਮੈਨੂੰ ਆ ਕੇ ਉਸ ਮਾਲਕ ਦੇ ਨਾਲ ਮਿਲਾ ਦੇਵੇ। ਤੇ ਖਿਆਲ ਕਰਨਾ, ਜਦੋਂ ਪਿਆਸ ਪੈਦਾ ਹੋ ਗਈ ਨਾ, ਫਿਰ ਤੇ ਜਿਹਦੇ ਅੱਗੇ ਜੋਦੜੀ ਕਰੇਗਾ ਮਿਲਾਪ ਵਾਸਤੇ, ਉਹਨੂੰ ਇਹੀ ਗੱਲ ਕਹੇਗਾ, ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹੋਂ ਬਕੋਂ ਸ਼ੁਭ ਰਸਨਾ, ਦੀਜੇ ਪ੍ਰਾਣ ਅਕੋਰ। ਉਹਨੂੰ ਤੇ ਆਖੇਗਾ ਕਿ ਜਿਹੜਾ ਮੈਨੂੰ ਮੇਰੇ ਮਾਲਕ ਦੇ ਨਾਲ ਜੋੜ ਦੇਵੇ, ਮੈਂ ਉਹਦੇ ਚਰਨ ਪਕੜ ਲਵਾਂਗਾ, ਆਪਣੀ ਜੀਵਾ ਦੇ ਨਾਲ ਉਹਦੀ ਸਿਫਤ ਕਰਾਂਗਾ, ਉਹਦੀ ਸਿਫਤ ਦੇ ਬੋਲ ਬੋਲਾਂਗਾ, ਦੀਜੇ ਪ੍ਰਾਣ ਅਕੋਰ, ਤੇ ਮੈਂ ਆਪਣੇ ਪ੍ਰਾਣ ਵੀ ਨਿਸ਼ਾਵਰ ਕਰ ਦੇਵਾਂਗਾ, ਪਰ ਮੈਨੂੰ ਉਸ ਮਾਲਕ ਦੇ ਨਾਲ ਮਿਲਾ ਦੇਵੇ। ਕਿਉਂਕਿ ਪਿਆਸ ਪੈਦਾ ਹੋ ਗਈ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਬਚਾਈ। ਜੇ ਕੋਈ ਮੈਨੂੰ ਮੇਰੇ ਪ੍ਰੀਤਮ ਦੇ ਨਾਲ ਮਿਲਾ ਦੇਵੇ, ਮੈਂ ਆਪਣੇ ਆਪ ਨੂੰ ਵੇਚ ਦੇਵਾਂਗਾ। ਦਰਸ਼ਨ ਹਰ ਦੇਖਣ ਕੈ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮਿਲੈ, ਹਰ ਹਰ ਨਾਮ ਧਿਆਈ। ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ, ਫਿਰ ਇਹਦੇ ਵਾਸਤੇ ਤੇਰੀ ਸਹਾਇਤਾ ਕੌਣ ਕਰੇਗਾ? ਤੂੰ ਕਿਸੇ ਦੇਹਧਾਰੀ ਦੇ ਕੋਲ ਨਾ ਚਲੀ ਜਾਈਂ, ਕਿਸੇ ਪਖੰਡੀ ਦੇ ਕੋਲ ਨਾ ਚਲੀ ਜਾਈਂ, ਤੈਨੂੰ ਜਾਣਾ ਕਿੱਥੇ ਪਵੇਗਾ? ਤੇ ਸਾਹਿਬ ਅਗਲੀ ਪੰਕਤੀ ਵਿੱਚ ਸਮਝਾਉਣਾ ਕਰਦੇ ਨੇ, ਸੰਤ ਸਹਾਈ ਪ੍ਰੇਮ ਕੇ, ਹਉ ਤਿਨ ਕੈ ਲਾਗਾਂ ਪਾਏ। ਸੰਤ ਦਾ ਤੱਤਾ ਇੱਥੇ ਮੁਕਤਾ ਹੈ, ਭਾਵ ਬਹੁਤੇ ਸੰਤਾਂ ਦੀ ਗੱਲ। ਇੱਥੇ ਸਤਿਗੁਰੂ ਮਹਾਰਾਜ ਨੇ ਸਤ ਸੰਗਤ ਦੀ ਗੱਲ ਕੀਤੀ ਹੈ। ਸਤ ਸੰਗਤ ਸਹਾਈ ਹੋਵੇਗੀ ਤੇ ਤੈਨੂੰ ਜਿਹੜਾ ਹੈ ਉਹ ਪਰਮੇਸ਼ਰ ਦੇ ਨਾਲ ਮਿਲਾ ਦੇਵੇਗੀ। ਸੰਤ ਸਹਾਈ ਪ੍ਰੇਮ ਕੇ ਹੋਂ ਤਿੰਨ ਕੇ ਲਾਗਾਂ ਪਾਏ। ਸਤ ਸੰਗਤ ਦੇ ਵਿੱਚ ਜਾ ਕਰਕੇ ਤੇ ਅਰਦਾਸ ਜੋਦੜੀ ਕਰ ਮਾਲਕ ਦੇ ਨਾਲ ਮਿਲਣ ਦੀ, ਕਿਉਂਕਿ ਸਤ ਸੰਗਤ ਤੋਂ ਬਿਨਾਂ ਕਿਸੇ ਦਾ ਪਾਰ ਉਤਾਰਾ ਨਹੀਂ ਹੁੰਦਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਮੈਂ ਜੀਵਨ ਦਾ ਨਿਚੋੜ ਕੱਢਿਆ ਤੇ ਨਿਚੋੜ ਕੱਢ ਕੇ ਇਸ ਨਤੀਜੇ ਦੇ ਉੱਤੇ ਪਹੁੰਚਿਆ, ਖੋਜਤ ਖੋਜਤ ਸੁਣੀ ਏ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਖੋਜ ਖੋਜ ਕੇ ਇਹ ਵੇਖ ਲਿਆ ਵੀ ਸਤ ਸੰਗਤ ਤੋਂ ਬਿਨਾਂ ਕਿਸੇ ਦਾ ਪਾਰ ਉਤਾਰਾ ਜਿਹੜਾ ਹੈ ਉਹ ਨਹੀਂ ਹੁੰਦਾ। ਤੇ ਅੱਗੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਵੇਣ ਪ੍ਰਭ ਕਿਉ ਸੁਖ ਪਾਈਐ, ਦੂਜੀ ਨਾਹੀ ਜਾਏ। ਸਤਿਗੁਰੂ ਮਹਾਰਾਜ ਕਹਿੰਦੇ ਨੇ ਉਸ ਪਰਮੇਸ਼ਰ ਤੋਂ ਬਿਨਾਂ
होर किते सुख नहीं है। दूजी ना ही जाए, किते दूसरे दे कोल ना जाए, क्योंकि सुख जिहड़ा है ना वो परमेश्वर दे कोल है। सब सुख दाता राम है। परमेश्वर दे कोलों ही सुख है, होर किते सुख नहीं है। ਜਿਹੜੇ ਲੋਕ ਵੱਖ-ਵੱਖ ਥਾਵਾਂ ਦੇ ਉੱਤੇ ਭਟਕਦੇ ਨੇ, ਕਿਤੇ ਉਹਨਾਂ ਨੂੰ ਪੁੱਛ ਕੇ ਵੇਖਿਓ। ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹਨਾਂ ਦਾ ਹਾਲ ਚਾਲ ਪੁੱਛ ਕੇ ਵੇਖਿਓ। ਉਹਨਾਂ ਦਾ ਦੁੱਖਾਂ ਦੀਆਂ ਪੰਡਾਂ ਜਿਹੜੀਆਂ ਨੇ ਖੋਲ ਕੇ ਬਹਿ ਜਾਵਣਗੇ, ਜਿਨ੍ਹਾਂ ਦੇ ਵਿੱਚੋਂ ਕੋਈ ਸੁੱਖ ਨਹੀਂ ਜੀ ਨਿਕਲੇਗਾ। ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ। ਦੁੱਖ ਵਿੱਚ ਜਿਉ ਜਲਾਇਆ, ਦੁਖੀਆ ਚੱਲਿਆ ਰੋਏ। ਸਤਿਗੁਰੂ ਮਹਾਰਾਜ ਕਹਿੰਦੇ ਨੇ ਮਨੁੱਖ ਦੁੱਖ ਦੇ ਵਿੱਚ ਜੀਵਨ ਜਿਉਂਦਾ ਤੇ ਦੁਖੀ ਇਸ ਸੰਸਾਰ ਦੇ ਵਿੱਚੋਂ ਚਲਾ ਜਾਂਦਾ, ਕਿਉਂਕਿ ਜੀਵ ਨੇ ਸੁੱਖ ਉਹਨਾਂ ਚੀਜ਼ਾਂ ਦੇ ਵਿੱਚੋਂ ਲੱਭਣ ਦੀ ਕੋਸ਼ਿਸ਼ ਕੀਤੀ, ਉਹਨਾਂ ਪਦਾਰਥਾਂ ਦੇ ਵਿੱਚੋਂ ਲੱਭਣ ਦੀ ਕੋਸ਼ਿਸ਼ ਕੀਤੀ ਜਿਹੜੇ ਇਹਨਾਂ ਨੂੰ ਸਦੀਵੀ ਸੁੱਖ ਨਹੀਂ ਦੇ ਸਕਦੇ। ਹੁਣ ਮਨੁੱਖ ਨੇ ਸੁੱਖ ਲੱਭਣ ਦੀ ਕੋਸ਼ਿਸ਼ ਕੀਤੀ, ਧਨ ਕਮਾ ਕਰਕੇ ਸੁੱਖ ਉਹਦੇ ਵਿੱਚੋਂ ਵੀ ਪ੍ਰਾਪਤ ਨਾ ਹੋ ਸਕਿਆ। ਬਹੁਤੀ ਵਾਰੀ ਇਹ ਧਨ ਜਿਹੜਾ ਹੈ ਮਨੁੱਖ ਦਾ ਵੈਰੀ ਹੋ ਜਾਂਦਾ ਹੈ। ਧਨ ਜੋਬਨ ਦੋਏ ਵੈਰੀ ਹੋਏ, ਸਤਿਗੁਰ ਦਾ ਇਹ ਪਾਵਨ ਫਰਮਾਨ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਫਿਰ ਮਨੁੱਖ ਨੇ ਦੁਨੀਆ ਦੇ ਚੋਜ ਤਮਾਸ਼ਿਆਂ ਦੇ ਵਿੱਚੋਂ ਸੁੱਖ ਲੱਭਣ ਦੀ ਕੋਸ਼ਿਸ਼ ਕੀਤੀ। ਬਹੁਤੇ ਦੇਸ਼ਾਂ ਦੇ ਉੱਤੇ ਰਾਜ ਕਮਾਉਣ ਦੀ ਕੋਸ਼ਿਸ਼ ਕੀਤੀ, ਪਰ ਸਤਿਗੁਰੂ ਮਹਾਰਾਜ ਕਹਿੰਦੇ ਸੁੱਖ ਪ੍ਰਾਪਤ ਨਹੀਂ ਹੋਇਆ। ਤੇ ਫਿਰ ਸਤਿਗੁਰੂ ਮਹਾਰਾਜ ਜੀ ਦੇ ਕੋਲੋਂ ਪੁੱਛੀਏ ਵੀ ਸਤਿਗੁਰੂ ਸੁੱਖ ਸਾਨੂੰ ਕਿੱਥੋਂ ਪ੍ਰਾਪਤ ਹੋਵੇਗਾ, ਸਾਡੀ ਅਗਵਾਈ ਬਖਸ਼ਿਸ਼ ਕਰੋ। ਤੇ ਸਾਹਿਬ ਫਿਰ ਅਗਵਾਈ ਬਖਸ਼ਿਸ਼ ਕਰਦੇ ਨੇ। ਸਾਹਿਬ ਕਹਿੰਦੇ ਨੇ ਸੁੱਖ ਨਾਹੀ ਬਹੁਤੇ ਧਨ ਖਾਟੇ, ਸੁੱਖ ਨਾਹੀ ਵੇਖੈ ਨਿਰਤ ਨਾਟੇ। ਸੁੱਖ ਨਾਹੀ ਬਹੁ ਦੇਸ਼ ਕਮਾਏ, ਸਰਬ ਸੁੱਖਾਂ ਹਰ ਹਰ ਗੁਣ ਗਾਏ। ਸਾਰੇ ਸੁੱਖ ਸਤਿਗੁਰੂ ਮਹਾਰਾਜ ਕਹਿੰਦੇ ਨੇ ਹਰੀ ਦੇ ਗੁਣ ਗਾਉਣ ਦੇ ਨਾਲ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹਦੀ ਸ਼ਰਨ ਵਿੱਚ ਚਲਾ ਜਾ, ਉਹਦੇ ਚਰਨਾਂ ਦੇ ਵਿੱਚ ਜੁੜ ਜਾ, ਉਹ ਨਾਮ ਨੂੰ ਹਿਰਦੇ ਵਿੱਚ ਵਸਾ ਲੈ। ਤਿਸ ਕੀ ਸ਼ਰਨੀ ਪਰਮ ਨਾ, ਤਿਸ ਜਿਸ ਜੀਵੜ ਅਵਰ ਨਾ ਕੋਏ। ਜਿਸ ਸਿਮਰਤ ਸੁਖ ਹੋਏ ਕਣਾ, ਦੁੱਖ ਦਰਦ ਨਾ ਮੂਲੇ ਹੋਏ। ਸਭ ਕਹਿਣ ਲੱਗੇ ਦੁੱਖ ਦਰਦ ਮੂਲ ਵੀ ਪ੍ਰਾਪਤ ਨਹੀਂ ਹੁੰਦਾ, ਸਗੋਂ ਉਹਨੂੰ ਸਿਮਰਨ ਦੇ ਨਾਲ ਬੜਾ ਸੁੱਖ, ਘਣਾ ਸੁੱਖ ਜਿਹੜਾ ਹੈ ਉਹ ਪ੍ਰਾਪਤ ਹੋ ਜਾਂਦਾ ਹੈ। ਤੇ ਸਤਿਗੁਰੂ ਮਹਾਰਾਜ ਅੱਗੇ ਕਹਿੰਦੇ ਨੇ ਜਿਨੀ ਚਾਖਿਆ ਪ੍ਰੇਮ ਰਸ, ਸੇ ਤ੍ਰਿਪਤ ਰਹੇ ਆਗਾਏ। ਸਭ ਕਹਿਣ ਲੱਗੇ ਜਿਨ੍ਹਾਂ ਨੇ ਉਸ ਮਾਲਕ ਦੇ ਚਰਨਾਂ ਦੇ ਵਿੱਚ ਜੁੜ ਕੇ ਉਸ ਮਾਲਕ ਦੇ ਪ੍ਰੇਮ ਦਾ ਰਸ ਚੱਖ ਲਿਆ, ਸਤਿਗੁਰੂ ਮਹਾਰਾਜ ਕਹਿੰਦੇ ਨੇ ਫਿਰ ਉਹ ਦੁਨਿਆਵੀ ਵਿਸ਼ੇ ਵਿਕਾਰਾਂ ਦੇ ਵਿੱਚੋਂ, ਪਦਾਰਥਾਂ ਤੋਂ ਉਹ ਤ੍ਰਿਪਤ ਹੋ ਜਾਂਦੇ। ਫਿਰ ਉਹਨਾਂ ਨੂੰ ਲੋੜ ਨਹੀਂ ਜੇ ਪੈਂਦੀ, ਕਿਉਂਕਿ ਮਾਲਕ ਉਹਨਾਂ ਨੂੰ ਭਗਤੀ ਰੂਪੀ ਖਜ਼ਾਨਾ ਫਿਰ ਇਹੋ ਜਿਹਾ ਬਖਸ਼ਿਸ਼ ਕਰ ਦਿੰਦਾ ਹੈ ਜਿਹੜਾ ਉਹਨਾਂ ਦੀਆਂ ਤ੍ਰਿਸ਼ਨਾ ਦੀ ਭੁੱਖ ਖਤਮ ਕਰ ਦਿੰਦਾ ਹੈ ਤੇ ਤ੍ਰਿਪਤ ਕਰ ਦਿੰਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਹਰ ਭਗਤ ਖਜ਼ਾਨਾ ਬਖਸ਼ਿਆ, ਗੁਰੂ ਨਾਨਕ ਕੀਆ ਪਸਾਉ ਜੀਓ। ਮੈਂ ਬਹੁੜ ਨਾ ਤ੍ਰਿਸ਼ਨਾ ਭੁਖੜੀ, ਹੋਂ ਰੱਜਾਂ ਤ੍ਰਿਪਤ ਆਘਾਏ ਜੀਓ। ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਤੇ ਰੱਜ ਜਾਂਦਾ ਹੈ ਉਹ ਮਾਲਕ ਦੇ ਉਸ ਖਜ਼ਾਨੇ ਨੂੰ ਪ੍ਰਾਪਤ ਕਰਕੇ। ਫਿਰ ਉਹਨੂੰ ਨਾ ਰਾਜ ਦੀ ਚਾਹਨਾ ਹੁੰਦੀ ਹੈ, ਨਾ ਉਹਨੂੰ ਮੁਕਤੀ ਦੀ ਚਾਹਨਾ ਹੁੰਦੀ ਹੈ। ਉਹ ਤੇ ਕੇਵਲ ਇੱਕੋ ਹੀ ਚਾਹਨਾ ਰੱਖਦਾ ਕਿ ਮੈਨੂੰ ਪਰਮੇਸ਼ਰ ਦੇ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਹੋ ਜਾਵੇ। ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਉਹ ਤੇ ਨਰਕ ਸਵਰਗ ਜਿਹੜਾ ਹੈ ਉਹਨੂੰ ਵੀ ਰੱਦ ਕਰ ਦਿੰਦਾ ਹੈ। ਭਗਤ ਕਬੀਰ ਜੀ ਕਹਿੰਦੇ ਨੇ ਕਵਣ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਦੇ। ਸੰਤਾਂ ਨੇ ਦੋਨਾਂ ਹੀ ਰੱਦ ਕਰ ਦਿੱਤੇ। ਹਮ ਕਾਹੂ ਕੀ ਕਾਣ ਨਾ ਕੱਢਤੇ, ਆਪਣੇ ਗੁਰ ਪ੍ਰਸਾਦੇ। ਉਹ ਤੇ ਗੁਰੂ ਦੀ ਕਿਰਪਾ ਦੇ ਉੱਤੇ ਆਪਣੀ ਟੇਕ ਆਸਰਾ ਰੱਖਦਾ ਹੈ। ਤੇ ਸਤਿਗੁਰੂ ਮਹਾਰਾਜ ਅੱਗੇ ਆਖਦੇ ਨੇ ਆਪ ਤਿਆਗ ਬਿਨਤੀ ਕਰੇ, ਲੇਹੋ ਪ੍ਰਭੂ ਲੜ ਲਾਏ। ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਤੇ ਪਰਮੇਸ਼ਰ ਦੇ ਅੱਗੇ ਬੇਨਤੀ ਕਰਦਾ ਹੈ, ਆਪਾ ਭਾਵ ਤਿਆਗ ਦਿੰਦਾ ਹੈ, ਬੇਨਤੀ ਕਰਦਾ ਹੈ ਕਿ ਇਹ ਪਰਮੇਸ਼ਰ ਮੈਨੂੰ ਆਪਣੇ
ਲੜਦੀ ਨਾਲ ਲਾ ਲਾ, ਆਪਣੇ ਨਾਲ ਜੋੜ ਲਾ ਤੇ ਆਪਣੇ ਨਾਲੋਂ ਕਦੀ ਵਿਛੋੜੀ ਨਾ। ਉਹ ਤੇ ਫਿਰ ਸਤਿਗੁਰ ਦੇ ਅੱਗੇ ਇਹੀ ਬੇਨਤੀ ਕਰਦਾ ਹੈ, ਰਾਖੋ ਆਪਣੀ ਸ਼ਰਨ ਪ੍ਰਭ, ਮੋਹਿ ਕਿਰਪਾ ਧਾਰੇ, ਸੇਵਾ ਕਛੂ ਨਾ ਜਾਣੋ, ਨੀਚ ਮੁਰਖਾਰੇ, ਮਾਣ ਕਰੂੰ ਤੁਧ ਉਪਰੇ, ਮੇਰੇ ਪ੍ਰੀਤਮ ਪਿਆਰੇ, ਹਮ ਅਪਰਾਧੀ ਸਦ ਭੂਲਤੇ, ਤੁਮ ਬਖਸ਼ਣ ਹਾਰੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਬਖਸ਼ਣਹਾਰ ਮਾਲਕ ਹੈ, ਉਹ ਆਪਣੇ ਨਾਲ ਜੋੜ ਲਏਗਾ ਤੇ ਫਿਰ ਵਿਛੜ ਨਹੀਂ ਦੇਵੇਗਾ। ਅੱਗੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਜੋ ਹਰ ਕੰਤ ਮਿਲਾਈਆਂ, ਸੇ ਵਿਛੜ ਕਤੇ ਨਾ ਜਾਏ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੂੰ ਉਹ ਪਰਮੇਸ਼ਰ ਪਤੀ ਆਪਣੇ ਨਾਲ ਮਿਲਾ ਲੈਂਦਾ ਹੈ, ਫਿਰ ਉਹ ਵਿਛੜਦੇ ਨਹੀਂ, ਉਹ ਵਿਛੜ ਕੇ ਕਿਤੇ ਹੋਰ ਨਹੀਂ ਜਾਂਦੇ। ਜੋ ਹਰ ਕੰਤ ਮਿਲਾਈਆਂ, ਸੇ ਵਿਛੜ ਕਤੇ ਨਾ ਜਾਏ, ਹੋਰ ਕਿਤੇ ਨਹੀਂ ਜਾਂਦੇ, ਕਿਉਂਕਿ ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਉਸ ਮਾਲਕ ਪਰਮੇਸ਼ਰ ਦੇ ਬਰਾਬਰ ਕੋਈ ਹੋਰ ਨਹੀਂ ਹੈ, ਉਹਦੇ ਬਰਾਬਰ ਕੋਈ ਹੋਰ ਨਹੀਂ ਹੈ। ਫਿਰ ਉਹ ਛੱਡ ਕੇ ਨਹੀਂ ਜਾਂਦਾ। ਤੁਧ ਨੂੰ ਛੋੜ ਜਾਈਏ ਪ੍ਰਭ ਕੈ ਧਰ, ਆਨ ਨਾ ਬੀਆ ਤੇਰੀ ਸਮਸਰ। ਸਮਸਰ ਦਾ ਮਤਲਬ ਹੁੰਦਾ ਬਰਾਬਰ, ਤੇਰੇ ਬਰਾਬਰ ਕੋਈ ਹੋਰ ਨਹੀਂ ਹੈ, ਤੈਨੂੰ ਛੱਡ ਕੇ ਅਸੀਂ ਕਿਤੇ ਜਾਈਏ। ਜਿਹੜੇ ਲੋਕ ਟੁੱਟੇ ਹੁੰਦੇ ਨੇ ਉਹ ਆਪਣਾ ਸੰਬੰਧ ਕਿਸੇ ਨਾਲ ਬਣਾ ਲੈਂਦੇ ਨੇ, ਕਿਸੇ ਦੇ ਨਾਲ ਬਣਾ ਲੈਂਦੇ ਨੇ, ਪਰ ਜਿਹੜੇ ਪਰਮੇਸ਼ਰ ਦੇ ਨਾਲ ਜੁੜ ਜਾਂਦੇ ਨੇ ਉਹ ਪਰਮੇਸ਼ਰ ਦੇ ਨਾਲ ਸੰਬੰਧ ਬਣਾ ਲੈਂਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਕਿਸ ਹੀ ਧੜਾ ਕੀਆ ਮਿੱਤਰ ਸੁਤ ਨਾਲ ਪਾਈ, ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ, ਕਿਸ ਹੀ ਧੜਾ ਕੀਆ ਸਿਕਦਾਰ ਚੌਧਰੀ ਆਪਣੇ ਨਾਲ ਸੁਆਈ, ਹਮਰਾ ਧੜਾ ਹਰ ਰਿਹਾ ਸਮਾਈ। ਕਹਿਣ ਲੱਗੇ ਮੇਰਾ ਧੜਾ ਤੇ ਕੇਵਲ ਮਾਲਕ ਪਰਮੇਸ਼ਰ ਦੇ ਨਾਲ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰ ਸ਼ਰਨਾਏ। ਸਤਿਗੁਰੂ ਮਹਾਰਾਜ ਕਹਿੰਦੇ ਨੇ ਉਸ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਹੈ। ਨਾਨਕ ਹਰ ਸ਼ਰਨਾਏ, ਨਾਨਕ ਉਸ ਮਾਲਕ ਦੀ ਸ਼ਰਨ ਦੇ ਵਿੱਚ ਪੈਂਦਾ ਹੈ, ਕਿਉਂਕਿ ਉਸ ਦੇ ਬਰਾਬਰ ਕੋਈ ਹੋਰ ਦੂਜਾ ਨਹੀਂ ਹੈ। ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਨਹੀਂ ਹੈ ਜੋ ਰੱਖ ਸਕੇ, ਸ਼ਰਨ ਦੇ ਦੇਵੇ। ਸਤਿਗੁਰੂ ਮਹਾਰਾਜ ਪਾਵਨ ਬਾਣੀ ਦੇ ਵਿੱਚ ਵੀ ਕਹਿੰਦੇ ਨੇ, ਸ਼ਰਨ ਜੋਗ ਸੁਣ ਸ਼ਰਨੀ ਆਏ। ਤੂੰ ਸ਼ਰਨ ਦੇਣ ਦੇ ਯੋਗ ਹੈ, ਇਸ ਕਰਕੇ ਇਹ ਸੁਣ ਕੇ ਤੇਰੀ ਸ਼ਰਨ ਦੇ ਵਿੱਚ ਆਏ ਹੈ। ਉਹ ਫਿਰ ਦੁਨੀਆ ਦੀ ਟੇਕ ਭਰੋਸਾ ਛੱਡ ਕੇ ਮਾਲਕ ਦੇ ਕੋਲ ਚਲੇ ਜਾਂਦਾ ਹੈ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੇ ਭਗਵਾਨ। ਉਹ ਤੇ ਕੇਵਲ ਪਰਮੇਸ਼ਰ ਦੇ ਨਾਲ ਆਪਣਾ ਸੰਬੰਧ ਜਿਹੜਾ ਹੈ ਉਹ ਜੋੜ ਲੈਂਦਾ ਹੈ। ਤੇ ਅਖੀਰਲੀ ਪੰਕਤੀ ਦੇ ਵਿੱਚ ਸਤਿਗੁਰੂ ਮਹਾਰਾਜ ਕਹਿੰਦੇ ਨੇ, ਅਸੂ ਸੁਖੀ ਬਸੰਦੀਆਂ, ਜਿਨਾ ਮਿਆ ਹਰ ਰਾਏ। ਸਤਿਗੁਰੂ ਮਹਾਰਾਜ ਕਹਿੰਦੇ ਨੇ ਅੱਸੂ ਦੇ ਮਹੀਨੇ ਦੇ ਅੰਦਰ ਉਹ ਜੀਵ ਸੁਖੀ ਵਸਦੇ ਨੇ, ਜਿਨ੍ਹਾਂ ਮਿਆ ਹਰ ਰਾਏ, ਜਿਨ੍ਹਾਂ ਦੇ ਉੱਤੇ ਮਾਲਕ ਦੀ ਕਿਰਪਾ ਹੋ ਜਾਂਦੀ ਹੈ। ਮਿਆ ਦਾ ਮਤਲਬ ਕਿਰਪਾ, ਮਿਹਰ, ਜਿਨ੍ਹਾਂ ਦੇ ਉੱਤੇ ਮਾਲਕ ਦੀ ਮਿਹਰ ਹੋ ਜਾਂਦੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਉਹ ਅੱਸੂ ਦੇ ਇਸ ਚੜ੍ਹੇ ਹੋਏ ਮਹੀਨੇ ਦੇ ਵਿੱਚ ਸੁਖੀ ਵਸਦੇ ਨੇ। ਤੇ ਖਿਆਲ ਕਰਨਾ, ਜਿਨ੍ਹਾਂ ਦੇ ਉੱਤੇ ਮਿਹਰ ਹੈ, ਜਿਨ੍ਹਾਂ ਦੇ ਉੱਤੇ ਕਿਰਪਾ ਹੈ, ਉਹਨਾਂ ਨੂੰ ਤੇ ਲੱਖਾਂ ਹੀ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ ਨੇ। ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ। ਮਨ ਤੇ ਤਨ ਸੀਤਲ ਹੋ ਜਾਂਦਾ, ਟਿਕ ਜਾਂਦਾ ਹੈ। ਜਿਹੜਾ ਇੱਕ ਨਿਮਖ ਵੀ ਉਸ ਮਾਲਕ ਦੇ ਨਾਲ ਜੁੜ ਜਾਂਦਾ ਹੈ, ਉਹਦੀ ਬੰਦਗੀ ਦੇ ਵਿੱਚ ਜੁੜ ਜਾਂਦਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਜਿਹਦੇ ਉੱਤੇ ਉਹਦੀ ਨਜ਼ਰ ਹੋ ਜਾਵੇ, ਜਿਹਦੇ ਉੱਤੇ ਉਹਦੀ ਕਿਰਪਾ ਹੋ ਜਾਵੇ, ਤੇ ਖਿਆਲ ਕਰਨਾ ਉਹਨਾਂ ਨੂੰ ਕੋਈ ਲੇਖਾ ਨਹੀਂ ਜੇ ਪੁੱਛਦਾ। ਉਹਨਾਂ ਦੇ ਕੋਲ ਤੇ ਖੁਸ਼ੀ ਦੇ ਭੰਡਾਰ ਹੋ ਜਾਂਦੇ ਨੇ। ਉਹ ਕਿਸੇ ਦੀ ਫਿਰ ਮੁਸ਼ੰਦਗੀ ਨਹੀਂ ਕਰਦੇ, ਉਹ ਮਾਲਕ ਦੇ ਨਾਲ ਜੁੜ ਜਾਂਦੇ ਨੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਜਿਸ ਨੂੰ ਤੇਰੀ ਨਦਰ ਨਾ ਲੇਖਾ ਪੁੱਛੀਐ, ਜਿਸ ਨੂੰ ਤੇਰੀ ਖੁਸ਼ੀ ਤਿੰਨ ਨੌ ਨਿਧ ਪੁੰਚੀਐ,
ਜਿਸਨੂੰ ਤੂੰ ਪ੍ਰਭ ਵੱਲ ਤਿਸ ਕਿਆ ਮੋਸ਼ੰਦਗੀ। ਉਹਨੂੰ ਕੋਈ ਮਸ਼ੰਦਗੀ ਨਹੀਂ ਰਹਿੰਦੀ, ਜਿਹਦੇ ਵੱਲ ਉਹ ਮਾਲਕ ਹੋ ਜਾਵੇ ਉਹਨੂੰ ਲੇਖਾ ਪੁੱਛਣ ਵਾਲਾ ਕੋਈ ਨਹੀਂ, ਤੇ ਉਹਨੂੰ ਦੁਨੀਆ ਦੇ ਸਾਰੇ ਖੁਸ਼ੀ ਦੇ ਖਜ਼ਾਨੇ ਮਿਲ ਜਾਂਦੇ ਨੇ, ਜਿਨ੍ਹਾਂ ਦੇ ਉੱਤੇ ਉਹ ਮਾਲਕ ਕਿਰਪਾ ਕਰ ਦਿੰਦਾ, ਮਿਹਰ ਕਰ ਦਿੰਦਾ। ਉਹ ਇਸ ਚੜ੍ਹੇ ਹੋਏ ਅੱਸੂ ਦੇ ਮਹੀਨੇ ਦੇ ਵਿੱਚ ਸੁਖੀ ਵਸਦੇ ਨੇ। ਉਸ ਮਾਲਕ ਦੀ ਕਿਰਪਾ ਦੇ ਵਾਸਤੇ ਫਿਰ ਸਾਨੂੰ ਕਰਨਾ ਕੀ ਪਏਗਾ? ਜਿਹੜਾ ਆਪਾਂ ਵਿਚਾਰ ਸਾਂਝੀ ਕੀਤੀ ਹੈ, ਮਨ ਦੇ ਅੰਦਰ ਪ੍ਰੇਮ ਦਾ ਉਛਾਲਾ ਪੈਦਾ ਕਰਨੇਗਾ, ਪਿਆਸ ਪੈਦਾ ਕਰਨੀ ਪਏਗੀ। ਫਿਰ ਅਰਦਾਸ ਜੋਦੜੀ ਸਤਸੰਗਤ ਦੇ ਵਿੱਚ ਜਾ ਕੇ ਉਸ ਮਾਲਕ ਦੇ ਅੱਗੇ ਕਰਨੀ ਪਏਗੀ, ਕਿਉਂਕਿ ਉਹ ਮਾਲਕ ਸੁੱਖਾਂ ਦਾ ਦਾਤਾ ਹੈ। ਉਹਦੇ ਬਰਾਬਰ ਕੋਈ ਹੋਰ ਨਹੀਂ ਹੈ। ਜਿਨ੍ਹਾਂ ਨੇ ਵੀ ਉਹਦੇ ਨਾਮ ਦਾ ਪ੍ਰੇਮ ਰਸ ਚੱਖ ਲਿਆ ਉਹ ਤ੍ਰਿਪਤ ਹੋ ਜਾਂਦੇ ਨੇ। ਉਹ ਪਰਮੇਸ਼ਰ ਦੇ ਅੱਗੇ ਬੇਨਤੀ ਕਰਦੇ ਨੇ ਕਿ ਆ ਪਰਮੇਸ਼ਰ ਸਾਨੂੰ ਆਪਣੇ ਨਾਲ ਜੋੜ ਲੈ, ਸਾਨੂੰ ਵਿਛੋੜ ਕੇ ਕਿਤੇ ਹੋਰ ਨਾ ਘੱਲੀ, ਕਿਉਂਕਿ ਤੇਰੇ ਤੋਂ ਬਗੈਰ ਹੋਰ ਕੋਈ ਨਹੀਂ ਹੈ। ਉਹਦੀ ਸ਼ਰਨ ਦੇ ਵਿੱਚ ਪਿਆ ਹੀ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹਦੀ ਕਿਰਪਾ ਬਣ ਜਾਂਦੀ ਹੈ, ਅਤੇ ਜਿਨ੍ਹਾਂ ਦੇ ਉੱਤੇ ਕਿਰਪਾ ਬਣ ਜਾਂਦੀ ਸਾਹਿਬ ਕਹਿਣ ਲੱਗੇ ਉਹ ਸੁਖੀ ਹੋ ਜਾਂਦੇ ਨੇ। ਸਤਿਗੁਰੂ ਮਹਾਰਾਜ ਕਿਰਪਾ ਕਰਨ। ਇਹ ਚੜ੍ਹਿਆ ਹੋਇਆ ਅੱਸੂ ਦਾ ਮਹੀਨਾ ਜੋ ਸਤਿਗੁਰੂ ਮਹਾਰਾਜ ਕਹਿੰਦੇ ਨੇ ਅੱਸੂ ਸੁਖੀ ਵਸੰਦੀਆਂ, ਅਸੀਂ ਵੀ ਸੁਖੀ ਵਸ ਸਕੀਏ, ਖੁਸ਼ੀਆਂ ਖੇੜੀਆਂ ਦੇ ਵਿੱਚ ਵਸ ਸਕੀਏ। ਇਸ ਕਰਕੇ ਮਾਲਕ ਦੀ ਕਿਰਪਾ ਸਾਡੇ ਉੱਤੇ ਹੋ ਜਾਵੇ। ਅਸੀਂ ਯਤਨਸ਼ੀਲ ਹੋਈਏ, ਇਸ ਪਾਵਨ ਬਚਨ ਨੂੰ ਹਿਰਦੇ ਵਿੱਚ ਵਸਾ ਕੇ ਕਮਾਈਏ, ਫਿਰ ਸਾਡਾ ਇਹ ਜੀਵਨ ਲੋਕ ਪਰਲੋਕ ਸੁਹੇਲਾ ਹੋ ਜਾਏਗਾ। ਵਿਚਾਰਾਂ ਦੀ ਸਾਂਝ ਕਰਦਿਆਂ ਹੋਈਆਂ ਬੇਨਤ ਭੁੱਲਾਂ ਦੀ ਖਿਮਾ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।